दे हों, मोको बेडी देहो बताईओ। ਭਗਤਾਂ ਵਿੱਚੋਂ ਪਰਿਪੂਰਨ ਪਰਮਾਤਮਾ ਦੇ ਪਿਆਰੇ ਭਗਤ ਨਾਮਦੇਵ ਮਹਾਰਾਜ ਜੀ ਹੋਏ ਨੇ, ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਭਗਤ ਨਾਮਦੇਵ ਮਹਾਰਾਜ ਜੀ ਆਪ ਪਰਿਪੂਰਨ ਪਰਮਾਤਮਾ ਦੇ ਭਜਨ ਵਿੱਚ ਲੀਨ ਹੀ ਰਹਿੰਦੇ ਸਨ, ਕਿਉਂਕਿ ਜੋ ਪਰਮੇਸ਼ਰ ਦੇ ਭਗਤ ਪਿਆਰੇ ਉਹ ਸੱਚੇ ਦੀ ਯਾਦ ਚਿੰਤਨ ਵਿੱਚ ਰਤੇ ਰਹਿੰਦੇ ਨੇ। ਤਿੰਨਾਂ ਦੇ ਨਾਨਾ ਨਾਨੀ ਬਿਰਧ ਸਨ। ਜਿਸ ਛਪੜੀ ਦੇ ਵਿੱਚ ਭਗਤ ਨਾਮਦੇਵ ਮਹਾਰਾਜ ਜੀ ਰਹਿੰਦੇ ਸਨ, ਉਹ ਬੜੀ ਪੁਰਾਤਨ ਛਪੜੀ ਸੀ। ਐਸੀ ਉਹ ਸ਼ਾਨ ਤਾਂ ਪਰਮੇਸ਼ਰ ਭਗਤਾਂ ਦਾ ਪਿਆਰਾ, ਜਿਵੇਂ ਮਾਵਾਂ ਨੂੰ ਪੁੱਤਰ ਬੜੇ ਪਿਆਰੇ, ਭਗਤ ਰੱਬ ਨੂੰ ਬੜੇ ਪਿਆਰੇ ਹੁੰਦੇ। ਪਰਿਪੂਰਨ ਪਰਮਾਤਮਾ ਨੇ ਵਿਚਾਰਿਆ ਕਿ ਇਹ ਨਵੀਂ ਛਪਰੀ ਛੰਨ ਬਣਾਉਂਦੇ ਨੇ, ਇਹ ਸਭ ਦੂਰ ਹੋਵੇਗੀ ਤਾਂ ਬਣਾਵਣਗੇ ਨਵੀਂ। ਐਸੇ ਹੀ ਵਿਚਾਰ ਕੇ ਇਸ ਨੂੰ ਅਗਨੀ ਲਗਾ ਦਿੱਤੀ। ਦੇਵ ਨੇਤ ਨਾਲ ਪ੍ਰਭੂ ਨੇ ਉਹ ਭਾਣਾ ਵਰਤਾ ਦਿੱਤਾ ਪਰਮੇਸ਼ਰ ਨੇ। ਤਾਂ ਭਗਤ ਜੀ ਨੇ ਅਗਨੀ ਰੂਪੀ ਹਰੀ ਰੂਪ ਜਾਣਿਆ, ਕਿਉਂਕਿ ਭਗਤ ਨਾਮਦੇਵ ਮਹਾਰਾਜ ਜੀ ਇਕਾਂਤ ਵਿੱਚ ਬੈਠੇ ਸਨ, ਸੱਚੇ ਪਰਮੇਸ਼ਰ ਦੀ ਯਾਦ ਚਿੰਤਨ ਵਿੱਚ ਜੁੜੇ ਹੋਏ ਜਪ ਰਹੇ ਸਨ। ਪੜੋਸੀਆਂ ਨੇ ਜਾ ਕੇ ਭਗਤ ਜੀ ਅੱਗੇ ਬੇਨਤੀ ਅਰਜ਼ ਗੁਜ਼ਾਰੀ ਵੀ ਭਗਤ ਜੀ ਆਏ, ਅਗਨੀ ਛੰਨ ਨੂੰ ਲੱਗੀ ਸੀ, ਕੁਝ ਸਮਾਨ ਬਚਾ ਲਿਆ। ਪੜੋਸੀਆਂ ਨੇ ਜਦੋਂ ਭਗਤ ਜੀ ਪਹੁੰਚੇ, ਸਮਾਨ ਚੁੱਕ ਕੇ ਉਹ ਵੀ ਵਿੱਚ ਸੁੱਟਣ ਲੱਗ ਗਏ ਕਿ ਇਹ ਵੀ ਲੈ ਲੈ। ਕਿ ਪ੍ਰਭੂ ਇਹ ਸਮਾਨ ਮੈਂ ਕੀ ਕਰਨਾ? ਅਗਨੀ ਰੂਪ ਵੀ ਪ੍ਰਭੂ ਨੂੰ ਜਾਣਿਆ, ਅਸਬਾਬ ਵਿੱਚ ਹੀ ਪਾ ਦਿੱਤਾ ਸਾਰਾ ਸਮਾਨ ਚ, ਤਾਂ ਸਭ ਵਸਤੂ ਨੂੰ ਭੋਗ ਲਗਾਈ। ਇਹ ਬਚਨ ਕਹਿਣ ਲੱਗੇ ਭਗਤ ਜੀ। ਤਬ ਨਾਨੇ ਨੇ 20 ਰੁਪਏ ਦਿੱਤੇ ਤੇ ਛੰਨ ਬਣਵਾ ਲਵੇ, ਔਰ ਰੁਪਈਏ ਲਿਆ ਕੇ ਸੰਤਾਂ ਨੂੰ ਭੋਜਨ ਖਵਾਏ। ਭਗਤ ਨਾਮਦੇਵ ਮਹਾਰਾਜ ਛੰਨ ਨਹੀਂ ਬਣਵਾਈ, 20 ਰੁਪਈਆਂ ਦੀ ਭੋਜਨ ਖਵਾਏ। ਆਪ ਹੀ ਘਰ ਨਾ ਆਏ ਭਗਤ ਨਾਮਦੇਵ ਮਹਾਰਾਜ, ਫਿਰ ਆਪ ਪਰਮੇਸ਼ਰ ਪਰਮਾਤਮਾ ਬੀਡੀ ਦਾ ਰੂਪ ਧਾਰ ਕੇ ਆਇਆ। ਪਰਮਾਤਮਾ ਪਰਮੇਸ਼ਰ ਆਪ ਬੀਡੀ ਦਾ ਰੂਪ ਧਾਰ ਕੇ ਆ ਕੇ ਆਪਣੇ ਹੱਥਾਂ ਨਾਲ ਛਪੜੀ ਬੰਨ੍ਹੀ। ਤਾਂ ਪਰਮੇਸ਼ਰ ਦੇ ਹੱਥਾਂ ਦੀ ਬੰਧੀ ਹੋਈ ਉਹ ਛੰਨ ਛਪਰੀ ਬੜੀ ਸੁਹਾਵਣੀ, ਇੰਜ ਪ੍ਰਤੀਤ ਹੋਵੇ ਜਿਵੇਂ ਹੀਰੇ ਮੋਤੀ ਜੜੇ ਹੋ, ਕਿਉਂਕਿ ਤਰਲੋਕੀ ਦੇ ਮਾਲਕ ਨੇ ਆਪ ਬੰਧੀ ਹੈ, ਆਪ ਬਣਾਈ। ਹੀਰੇ ਪੰਨੇ ਜੜਤ ਕੀਤੇ ਹੋ। ਭਗਤ ਨਾਮਦੇਵ ਜੀ ਵੀ ਜਿਸ ਵਿੱਚ ਆਪ ਬੈਠੇ। ਸਵਾਮੀ ਪਰਮੇਸ਼ਰ ਦੀ ਕਿਰਪਾ ਜਾਣ ਕੇ ਬੜੇ ਪ੍ਰਸੰਨ ਹੋਏ ਕਿ ਮੇਰੇ ਪ੍ਰਭੂ ਨੇ ਇਹ ਕਿਰਪਾ ਕੀਤੀ। ਤਬ ਇੱਕ ਮਾਈ ਆਈ, ਨੇੜੇ ਹੀ ਘਰ ਦੇ ਰਹਿੰਦੀ ਸੀ। ਪੁੱਛਣ ਲੱਗੀ, ਪੜੋਸ ਵਿੱਚ ਰਹਿੰਦੀ ਸੀ, ਭਗਤ ਜੀ ਤੁਸਾਂ ਨੇ ਛੰਨ ਕਿਸ ਤੋਂ ਬਣਵਾਈ ਹੈ? ਮੈਨੂੰ ਵੀ ਦੱਸੋ, ਮੈਂ ਦੁੱਗਣੀ ਮਜ਼ਦੂਰੀ ਦੇ ਦੇਵਾਂ, ਤਾਂ ਮੈਂ ਵੀ ਤਿਸ ਤੋਂ ਬਣਵਾ ਲਵਾਂ। ਇਸ ਪ੍ਰਥਾਈ ਭਗਤ ਨਾਮਦੇਵ ਮਹਾਰਾਜ ਨੇ ਜੋ ਬਚਨ ਕਹੇ, ਸਤਿਗੁਰੂ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਗੁਰਦਾਸ ਜੀ ਨੂੰ ਸੁਣਾਉਂਦੇ ਨੇ। ਭਾਈ ਗੁਰਦਾਸ ਜੀ ਲਿਖ ਰਹੇ ਨੇ ਪਾਵਨ ਬਾਣੀ ਕਿ ਉਸ ਸਮੇਂ ਫਿਰ ਭਗਤ ਨਾਮਦੇਵ ਮਹਾਰਾਜ ਜੀ ਨੇ ਜੋ ਬਚਨ ਕਹੇ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਚਾਨ ਸ਼ਵਾਈ ਹੋ,
ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਗੁਰਦਾਸ ਜੀ, ਤਾਂ ਭਗਤ ਨਾਮਦੇਵ ਮਹਾਰਾਜ ਜੀ ਦੇ ਪਾਸ ਰਹਿਣ ਵਾਲੀ ਜੋ ਪੜੋਸਣ ਸੀ, ਉਹ ਮਾਈ ਨਾਮਦੇਵ ਭਗਤ ਜੀ ਤੋਂ ਪੁੱਛਦੀ ਹੈ ਕਿ ਇਹ ਸ਼ਨ ਇਤਨੀ ਸੁੰਦਰ ਹੀਰੇ ਲਾਲ ਜੜਤ ਕਿਸ ਤੋਂ ਬਣਵਾਈ ਹੈ। ਫਿਰ ਕਹਿਣ ਲੱਗੀ, ਧੋ ਪਹਿ ਦੁਗਣੀ ਮਜੂਰੀ ਗਏ ਹੋ, ਬੋ ਕੋ ਬੇਟੀ ਦੇਹੋ ਬਤਾਈ ਹੋ। ਮੈਂ ਤੇਰੇ ਪਾਸੋਂ ਇਸ ਬੇਟੀ ਨੂੰ ਦੁਗਣੀ ਮਜ਼ਦੂਰੀ ਦਵਾਂ, ਦੁਗਣੀ, ਤੇਰੇ ਤੋਂ ਵੀ ਵੱਧ। ਹੇ ਭਗਤ ਜੀ, ਮੈਨੂੰ ਉਹ ਬੇਟੀ ਦਾ ਦੱਸ ਦਿਓ, ਕਿੱਥੋਂ ਉਹ ਬੇਟੀ ਆਇਆ, ਕਿਹੜਾ ਘਰ ਹੈ ਬੇਟੀ ਦਾ, ਪੁੱਛ ਰਹੀ ਹੈ ਪੜੋਸ। ਭਗਤ ਨਾਮਦੇਵ ਜੀ ਕਹਿਣ ਲੱਗੇ, ਅਰੀ ਬਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਹਿਓ ਸਮਾਈ, ਹਮਾਰਾ ਬੇਟੀ ਪ੍ਰਾਨ ਅਧਾਰਾ। ਭਗਤ ਨਾਮਦੇਵ ਮਹਾਰਾਜ ਜੀ ਕਹਿਣ ਲੱਗੇ, ਰੀ ਬਾਈ ਬੇਟੀ ਦੇਣ ਨਾ ਜਾਏ। ਇਹ ਬੀਬੀ, ਉਹ ਬੇਟੀ ਕਾਰੀਗਰ, ਬੇਟੀ ਕਹਿੰਦੇ ਨੇ ਕਾਰੀਗਰ ਨੂੰ ਬਣਾਉਣ ਵਾਲੇ, ਮੈਂ ਮਹੱਲ ਕੋਠੇ ਬਣਾਉਂਦੇ, ਛੰਨਾ ਬਣਾਉਂਦੇ, ਉਹ ਕਾਰੀਗਰ ਕਿਸੇ ਨੂੰ ਦਿੱਤਾ ਨਹੀਂ ਜਾਂਦਾ। ਉਹ ਬੇਟੀ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਹੈ। ਭਗਤ ਜੀ ਕਹਿਣ ਲੱਗੇ, ਜਿਸ ਬੇਟੀ ਨੂੰ ਸਰਬ ਵਿੱਚ ਸਮਾਇਆ ਰਹਿਆ ਹੋਇਆ, ਤੂੰ ਦੇਖ ਉਹ ਤਾਂ ਸਰਬ ਵਿਆਪਕ ਹੈ, ਘਟ ਘਟ ਵਿੱਚ ਬੈਠਾ ਹੈ, ਜਰਰੇ ਜਰਰੇ ਵਿੱਚ ਰਮਿਆ ਹੈ। ਇਸ ਮਾਈ ਨੇ ਫਿਰ ਕਿਹਾ, ਭਗਤ ਜੀ, ਉਸਦੀ ਅਸਲ ਮਜ਼ਦੂਰੀ ਤਾਂ ਕਹੋ, ਉਹ ਕੀ ਲੈਂਦਾ, ਇਹ ਦੱਸ ਦੋ। ਭਗਤ ਨਾਮਦੇਵ ਜੀ ਫਿਰ ਕਹਿਣ ਲੱਗੇ, ਬੇਟੀ ਪ੍ਰੀਤ ਮਜੂਰੀ ਮੰਗੈ, ਜੋ ਕੋ ਸ਼ਾਨ ਸੁਭਾਵੈ ਹੋ। ਹੇ ਮਾਈ, ਜੋ ਕੋਈ ਤਿਸ ਤੋਂ ਸ਼ਨ ਬਣਵਾਉਂਦਾ ਹੈ, ਤਿਸ ਤੋਂ ਪ੍ਰੀਤੀ ਰੂਪ ਮਜ਼ਦੂਰੀ ਮੰਗਦਾ, ਸੱਚੀ ਪ੍ਰੀਤ ਉਸ ਨਾਲ ਪਾ ਲਵੇ, ਉਹ ਚੱਲ ਕੇ ਆਉਂਦਾ, ਆਪ ਕਾਰਜ ਕਰਦਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ। ਆਪ ਕਾਰਜ ਕਰਦਾ, ਭਗਤ ਧਨੇ ਦਾ ਫਲ ਵੀ ਪਾਇਆ। ਕੈਸਾ ਮਾਲਕ ਹੈ, ਨੱਕੇ ਮੋੜੇ, ਪਰਮੇਸ਼ਰ ਨੇ ਆਪ, ਕਿਉਂਕਿ ਉਹ ਭਗਤਾਂ ਦਾ ਪਿਆਰਾ ਹੈ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਾਂ ਤੇ ਤਿਨ ਕੇ ਕਾਜ ਸਵਾਰ। ਉਹਨਾਂ ਦੇ ਕਾਰਜ ਮੇਰਾ ਗੁਰੂ ਨਾਨਕ ਵਾਹਿਗੁਰੂ ਆਪ ਕਰਦਾ, ਕਿਉਂਕਿ ਭਗਤ ਬੜੇ ਪਿਆਰੇ ਲੱਗਦੇ ਨੇ ਉਸ ਨੂੰ। ਜਦੋਂ ਵੀ ਯਾਦ ਕਰਨ ਤਾਂ ਲੋਕੀ ਦੇ ਮਾਲਕ ਨੂੰ ਪਿਆਰੇ ਉਹ ਆਉਣਾ ਪੈਂਦਾ। ਮਜ਼ਦੂਰੀ ਕਿਹੜੀ ਹੈ ਉਸਦੀ, ਕੋਈ ਧਨ ਮਾਇਆ ਨਹੀਂ। ਕੀ ਫਰਮਾਉਂਦੇ ਨੇ ਪਾਤਸ਼ਾਹ, ਬੇਟੀ ਪ੍ਰੀਤ ਮਜੂਰੀ ਮੰਗੈ, ਜੋ ਕੋਈ ਸ਼ਾਨ ਸੁਭਾਵੈ ਹੋ। ਉਹ ਪ੍ਰੀਤੀ ਰੂ ਮਜ਼ਦੂਰੀ ਮੰਗਦਾ ਹੈ, ਸੱਚਾ ਪ੍ਰੇਮ, ਸੱਚੀ ਪ੍ਰੀਤੀ। ਕੈਸੀ ਪ੍ਰੀਤੀ, ਲੋਗ ਕੁਟੰਬ ਸਭੂ ਤੇ ਤੋਰੈ, ਤੋ ਆਪਨ ਬੇੜੀ ਆਵੈ ਹੋ। ਫਿਰ ਮੋਹ ਦੀ ਤੰਦ ਤੋੜਨੀ ਪਵੇਗੀ। ਲੋਗ ਕੁਟੰਬ ਸਭੂ ਤੇ ਤੋਰੈ, ਜਬ ਸੰਪੂਰਨ ਕੁਟੰਬ ਤੇ ਲੋਕਾਂ ਨਾਲ ਪ੍ਰੀਤੀ ਤੋੜ ਕੇ ਇਸ ਵਿੱਚ ਪ੍ਰੀਤ ਪਾ ਲਈ, ਕਿਉਂਕਿ ਰੱਬ ਦੇ ਜਨਾਂ ਦੀ ਐਸੀ ਪ੍ਰੀਤ ਹੁੰਦੀ ਹੈ। ਰਹਿੰਦੇ ਨੇ ਜਗਤ ਵਿੱਚ, ਵਿਚਰਦੇ ਨੇ, ਵਿਹਾਰ ਧੰਦੇ ਵੀ ਕਰਦੇ ਨੇ, ਪਰ ਨਿਰਲੇਪ ਤੇ ਅਸੰਗ, ਪਰ ਸੱਚੀ ਪ੍ਰੀਤ ਪਰਮੇਸ਼ਰ ਨਾਲ ਹੁੰਦੀ ਹੈ। ਜਿਵੇਂ ਕਮਲ ਦਾ ਫੁੱਲ ਹੈ,
ਰਹਿੰਦਾ ਜਲ ਵਿੱਚ ਹੀ ਹੈ, ਜਲ ਤੋਂ ਬਿਨਾ ਹੋਂਦ ਨਹੀਂ ਕਮਲ ਦੇ ਫੁੱਲ ਦੀ, ਪਰ ਨਿਰਲੀਪ ਤੇ ਅਸੰਗ ਹੈ ਜਲ ਤੋਂ। ਪਰਮੇਸ਼ਰ ਦੇ ਪਿਆਰੇ ਵੀ ਇੰਝ ਰਹਿੰਦੇ ਨੇ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਆਲੇ। ਜਲ ਵਿੱਚ ਕਮਲ ਲੇਪ, ਇਸ ਤਰ੍ਹਾਂ ਰੱਬ ਦੇ ਜਨ ਨੇ। ਜੋ ਪਾਤਸ਼ਾਹ ਫਰਮਾਉਂਦੇ ਨੇ, ਲੋਕ ਕੁਟੰਬ ਸਭੋਂ ਤੇ ਤੋਰੈ ਤੋ ਆਪਨ ਬੇਟੀ ਆਵੇ। ਉਹ ਬੇਟੀ ਆਪਣੇ ਆਪ ਆ ਜਾਂਦਾ ਹੈ, ਸੱਦਣ ਦੀ ਲੋੜ ਨਹੀਂ, ਉਹ ਆਪ ਚੱਲ ਕੇ ਆਉਂਦਾ ਹੈ। ਸੰਪੂਰਨ ਕੁਟੰਬ ਲੋਕਾਂ ਨਾਲੋਂ ਪ੍ਰੀਤੀ ਤੋੜ ਕੇ ਤਿਸ ਵਿੱਚ ਪ੍ਰੀਤ ਪਾ ਲਈ। ਐਸੋ ਬੇਟੀ ਬਰਨ ਨਾ ਸਾਕੋ, ਸਭ ਅੰਤਰ ਸਭ ਠਾਈ ਹੋ। ਜੋ ਮੇਰਾ ਵਾਹਿਗੁਰੂ ਪਰਮਾਤਮਾ ਸਰਬ ਦੇ ਹਿਰਦੇ ਵਿੱਚ ਔਰ ਬਾਹਰ ਸਭ ਸਥਾਨਾਂ ਵਿੱਚ ਵਿਆਪਕ ਹੈ। ਘਰ ਵਾਹਨ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸਦਾ ਅੰਗ ਸੰਗ। ਸੋ ਐਸਾ ਬੇਟੀ ਮੈਂ ਵਰਣਨ ਨਹੀਂ ਕਰ ਸਕਦਾ। ਐਸੋ ਬੇਟੀ ਵਰਨ ਨਾ ਸਾਕੋ, ਸਭ ਅੰਤਰ ਸਭ ਠਾਈ ਹੋ। ਉਹ ਸਭਨਾਂ ਦੇ ਅੰਦਰ ਬੈਠਾ ਹੈ, ਸਰਬ ਵਿਆਪਕ ਹੈ, ਜਜ਼ੇ ਜਜ਼ੇ ਵਿੱਚ ਰਮਿਆ ਹੈ। ਇਹ ਪੜੋਸਣ ਪੁੱਛਣ ਲੱਗੀ, ਤਿਸ ਦਾ ਆਨੰਦ ਕੈਸਾ ਹੈ ਭੱਟ ਜੀ, ਉਹ ਤਾਂ ਦੱਸੋ। ਭੱਟ ਜੀ ਕਹਿਣ ਲੱਗੇ, ਰਸ ਤੇ ਆਨੰਦ ਗੂੰਗੈ ਮਹਾ ਅੰਮ੍ਰਿਤ ਰਸ ਚਾਖਿਆ, ਪੂਛੇ ਕਹਿਨ ਨਾ ਜਾਈ। ਜਿਸ ਤਰ੍ਹਾਂ ਗੂੰਗੇ ਪੁਰਸ਼ ਨੇ ਜਦ ਮਹਾ ਅੰਮ੍ਰਿਤ ਰਸ ਨੂੰ ਚਖਿਆ, ਭਾਵ ਕੋਈ ਮਠਿਆਈ ਚੱਕੀ, ਗੁੜ ਆਦਿ ਕੋਈ ਵੀ ਰਸ ਜਗਤ ਦੇ ਪਦਾਰਥ ਦਾ ਚਖਿਆ, ਤਬ ਕੋਈ ਪੁੱਛੇ ਕਿ ਕੈਸਾ ਰਸ ਤੇ ਆਨੰਦ ਤੈਨੂੰ ਆਇਆ, ਤਿਸ ਪਾਸੋਂ ਕਿਹਾ ਨਹੀਂ ਜਾਵੇਗਾ। ਉਹ ਦੱਸ ਨਹੀਂ ਸਕੇਗਾ ਗੂੰਗਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਉਹ ਕਹਿ ਨਹੀਂ ਸਕਦਾ। ਉਹ ਰਸ ਤੇ ਆਨੰਦ ਹੀ ਐਸਾ, ਪੁੱਛੇ ਕਹਿਨ ਨਾ ਜਾਈ। ਭੱਟ ਜੀ ਕਹਿਣ ਲੱਗੇ, ਇਹ ਬੀਬੀ ਤੈਸੇ ਮੇਰੇ ਤੋਂ ਵੀ ਉਹ ਆਨੰਦ ਕਿਹਾ ਨਹੀਂ ਜਾਂਦਾ। ਬੇੜੀ ਕੇ ਗੁਣ ਸੁਨਰੀ ਵਾਈ, ਜਲ ਦਬਾਂਦ ਤੂੰ ਥਾਪਿਓ। ਭਗਤ ਨਾਮਦੇਵ ਜੀ ਮਹਾਰਾਜ ਕਹਿਣ ਲੱਗੇ, ਹੇ ਮਾਈ ਤਿਸ ਬੇਟੀ ਦੇ ਗੁਣਾਂ ਨੂੰ ਸਰਵਣ ਕਰ। ਬੜੇ ਗੁਣ ਨੇ ਉਸ ਵਿੱਚ, ਜਿਸਨੇ ਸਮੁੰਦਰ ਪਾਰ ਪੁਲ ਬੰਧਿਆ, ਧਰੂ ਨੂੰ ਅਚਲ ਪਦਵੀ ਵਿੱਚ ਸਥਾਪਨ ਕਰ ਦਿੱਤਾ। 5 ਸਾਲ ਦੀ ਆਯੂ ਸੀ ਧਰੂ ਭਗਤ ਦੀ, ਅਟਲ ਪਦਵੀ ਮਿਲ ਗਈ। 36,000 ਵਰ੍ਹੇ ਦਾ ਜਗਤ ਦਾ ਰਾਜ ਵੀ ਮਿਲਿਆ। ਉਹ ਕੈਸਾ ਮਾਲਕ ਹੈ। ਬੇੜੀ ਕੇ ਗੁਣ ਸੁਨਰੀ ਵਾਈ, ਜਲਦ ਬਾਂਧ ਧਰੂ ਥਾਪਿਓ। ਨਾਮੇ ਕੇ ਸੁਆਮੀ ਸੀ ਬਹੋਰੀ, ਲੰਕ ਭੀਖਣ ਆਪਿਓ। ਭਗਤ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਨੇ, ਮੈਂ ਜਨ ਦੇ ਸੁਆਮੀ ਨੇ ਸੀਤਾ ਜੀ ਨੂੰ ਲੰਕਾ ਤੋਂ ਮੋੜ ਲਿਆ। ਲੰਕਾ ਦਾ ਰਾਜ ਭੀਖਣ ਭਗਤ ਨੂੰ ਅਰਪਣ ਕੀਤਾ, ਆਪ ਦਿੱਤਾ ਸ੍ਰੀ ਰਾਮਚੰਦਰ ਮਹਾਰਾਜ ਜੀ। ਮੌਕੇ ਦੇ ਅਵਤਾਰ ਬਖਸ਼ਿਸ਼ਾਂ ਕੀਤੀਆਂ, ਭਗਤ ਸੀ ਭੀਖਣ। ਨਾਮੇ ਕੇ ਸੁਆਮੀ ਸੀ ਬਹੋਰੀ, ਲੰਕ ਭੀਖਣ ਆਪਿਓ। ਉਹ ਐਸਾ ਮਾਲਿਕ ਹੈ, ਐਸਾ ਸਮਰੱਥ ਦਾਤਾ ਹੈ, ਆਪਣੇ ਆਪ ਭਗਤਾਂ ਦੀ ਰੱਖਦਾ। ਸੋਰਠ ਘਰ ਤੀਜਾ, ਅਣਮੜਿਆ ਮੰਦਰ ਵਾਜੈ। ਭਗਤ ਨਾਮਦੇਵ ਮਹਾਰਾਜ ਜੀ ਜੋ ਰੱਬ ਦੇ ਜਨ ਸੰਤ ਨੇ, ਭਗਤ ਨੇ, ਉਹਨਾਂ ਦੀ ਮਹੱਤਤਾ ਉਚਾਰਨ ਕਰਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ। ਅਣਮੜਿਆ ਮੰਦਰ ਵਾਜੈ। ਇਹ ਸੰਸਾਰ ਰੂਪੀ ਜੋ ਢੋਲ ਹੈ, ਮੰਦਰ ਢੋਲ ਨੂੰ ਕਹਿੰਦੇ ਨੇ। ਤੇ ਜਿਨ ਸੰਤਾਂ ਦਾ ਮਨ ਮੜਿਆ ਨਹੀਂ,
ਖਿੱਚਿਆ ਨਹੀਂ ਗਿਆ, ਸੋ ਨਾਮ ਨੂੰ ਉਚਾਰਨ ਕਰਦੇ। ਅਣ ਮੜਿਆ ਮੰਦਲ ਵਾਜੈ, ਉਹ ਨਾਮ ਜਪਦੇ ਨਹੀਂ ਜਿਨ੍ਹਾਂ ਦਾ ਮਨ ਸੰਸਾਰ ਰੂਪੀ ਜੋ ਮੰਦਲ ਢੋਲ ਵਿੱਚ ਸੰਤਾਂ ਦਾ ਮਨ ਮੜਿਆ ਨਹੀਂ ਗਿਆ, ਖਿੱਚਿਆ ਨਹੀਂ ਗਿਆ। ਉਹ ਰੱਬ ਦੇ ਜਨ ਪਿਆਰੇ, ਪਰਮੇਸ਼ਰ ਦੇ ਨਾਮ ਦੇ ਰਸੀਏ ਬਣ ਗਏ, ਨਾਮ ਜਪਦੇ ਨੇ। ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਦਾ ਉਹਨਾਂ ਨੇ ਅਭਾਵ ਕਰ ਦਿੱਤਾ, ਰੰਗ ਲੱਗਿਆ ਸੱਚੇ ਨਾਮ ਦਾ। ਬਿਨ ਸਾਵਨ ਘਨ ਹਰ ਗਾਜੈ, ਤਿੰਨ ਸੰਤਾਂ ਨੂੰ ਮੋਹ ਰੂਪੀ ਸਾਵਣ ਤੋਂ ਬਿਨਾਂ, ਘਣ ਦੇ ਸਮਾਨ ਰੰਗ ਵਾਲਾ ਵਾਹਿਗੁਰੂ ਜੋ ਹਰੀ ਜੋ ਵਿਸ਼ਨੂੰ ਤੋਂ ਪ੍ਰਗਟ ਹੋਇਆ, ਮੋਹ ਤੋਂ ਬਿਨਾਂ ਬੱਦਲ ਵੱਧ ਗਜਦੇ। ਬਾਦਲ ਬਿਨ ਬਰਖਾ ਹੋਈ, ਮਾਇਆ ਰੂਪੀ ਬੱਦਲ ਤੋਂ ਬਿਨਾਂ ਤਿਨਾਂ ਦੇ ਵਿੱਚ ਬ੍ਰਹਮਾਨੰਦ ਦੀ ਵਰਖਾ ਹੋ ਗਈ। ਬ੍ਰਹਮਾਨੰਦ ਦੀ ਪ੍ਰਾਪਤੀ ਰੱਬ ਦੇ ਜਨਾਂ। ਜੋ ਤਤ ਵਿਚਾਰੈ ਕੋਈ, ਜੋ ਕਿ ਤਿੰਨ ਸੰਤਾਂ ਦੁਆਰੇ ਤਤ ਮਿਥਿਆ ਦਾ ਵਿਚਾਰ ਕਰੇ, ਤਿਨਾਂ ਨੂੰ ਸੋ ਵਰਖਾ ਪ੍ਰਾਪਤ ਹੁੰਦੀ। ਮੋ ਕੋ ਮਿਲਿਓ ਰਾਮ ਸਨੇਹੀ, ਜੇ ਮਿਲਿਆ ਦੇਹ ਸੋ ਦੇਹੀ। ਆ ਮੈਨੂੰ ਰਾਮ ਪ੍ਰੀਤਮ ਮਿਲਿਆ ਹੈ। ਭਗਤ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਜਿਨ੍ਹਾਂ ਦੇ ਮਿਲਿਆ ਇਹ ਦੇਹੀ ਸੁਦੇਹੀ ਭਾਵ ਇਹ ਤਨ ਮੇਰਾ ਸਫਲ ਹੋ ਗਿਆ। ਮੈਲ ਪਾਰਸ ਕੰਚਨ ਹੋਇਆ, ਮੁਖ ਮਨ ਸਾ ਰਤਨ ਪਰੋਇਆ। ਜਬ ਗੁਰੂ ਪਾਸ ਨੂੰ ਮਿਲੇ ਇਹ ਜੀਵ ਸਵੰਨਵਤ ਸੁਧ ਹੋ ਗਿਆ। ਤਬ ਸੋ ਜੋ ਮੁਖ ਰੂਪ ਰਤਨ ਮੇਰਾ ਵਾਹਿਗੁਰੂ ਵਿੱਚ ਮਨ ਨੂੰ ਪਰੋਇਆ ਧਾਰਨ ਕੀਤਾ। ਨਿਜ ਭਾਉ ਭਇਆ ਭ੍ਰਮ ਭਾਗਾ, ਗੁਰ ਪੂਛੇ ਮਨ ਪਤੀ ਆਗਾ। ਜਬ ਨਿਜ ਸਰੂਪ ਦਾ ਗਿਆਨ ਹੋਇਆ ਤਬ ਭਰਮ ਭਜ ਗਿਆ। ਗੁਰੂ ਤੋਂ ਉਪਦੇਸ਼ ਪੁੱਛਣੇ ਕਰਕੇ ਐਸੇ ਮਨ, ਐਸਾ ਮਨ ਪਤੀ ਆਇਆ, ਮਨ ਜੜਿਆ। ਜਲ ਭੀਤਰ ਕੌਂਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ। ਜੈਸੇ ਘੜੇ ਦਾ ਜਲ ਸਮੁੰਦਰ ਦੇ ਜਲ ਵਿੱਚ ਘੱਟ ਉਪਾਧੀ ਛੱਡ ਕੇ ਸਮਾ ਜਾਂਦਾ, ਤੈਸੀ ਅਵਿਦਿਆ ਉਪਾਧੀ ਛੱਡ ਕੇ ਅਸਾਂ ਨੇ ਇੱਕ ਰਾਮ ਨੂੰ ਹੀ ਵਿਆਪਕ ਰੂਪ ਕਰਕੇ ਜਾਣਿਆ। ਬ੍ਰਹਮ ਸਮੁੰਦਰ ਵਿੱਚ ਭੇਦ ਹੋ ਗਏ। ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਨਿਆ। ਜਬ ਗੁਰੂ ਦਾ ਮਨ ਚੇਲੇ ਵਿੱਚ ਮੰਨਿਆ, ਮਨ ਪਤੀ ਆਇਆ, ਤਬ ਤਿਸ ਜਨ ਨੇ ਤਤ ਸੂਪ ਪਰਮੇਸ਼ਰ ਨੂੰ ਜਾਣ ਲਿਆ, ਇੱਕ ਹੋ ਗਏ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਭਗਤਾਂ ਵਿੱਚੋਂ ਭਗਤ ਰਵਿਦਾਸ ਮਹਾਰਾਜ ਜੀ ਹੋਏ ਨੇ। ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ ਵੱਜ ਗਿਆ। ਰਾਜੇ ਮਹਾਰਾਜੇ ਚਰਨਾਂ ਦੀ ਭੌਰੇ ਬਣ ਗਏ। ਭਗਤ ਰਵਿਦਾਸ ਮਹਾਰਾਜ ਜੀ ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਕਰਦੇ ਹੋਏ ਪਾਵਨ ਵਚਨ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। हे ਮੇਰੇ ਪਰਿਪੂਰਨ ਪਰਮਾਤਮਾ, ਜਬ ਅਸੀਂ ਪ੍ਰਛਿੰਨ ਹੰਕਾਰ ਸੰਯੁਕਤ ਹੁੰਦੇ ਸੀ ਤਬ ਤੁਸੀਂ ਮੈਨੂੰ ਪ੍ਰਾਪਤ ਨਹੀਂ ਹੋਏ ਸੀ। ਅਬ ਤੇ ਹੰਕਾਰ ਦੀ ਨਿਵਰਤੀ ਸੀ ਮੈਨੂੰ ਐਸੇ ਪ੍ਰਾਪਤ ਹੋਏ ਜੋ ਮੈਂ ਕੁਝ ਨਾ ਦੇਖਿਆ।
ਕੁਝ ਰਿਹਾ ਹੀ ਨਹੀਂ, ਤੁਹਾਡੇ ਵਿੱਚ ਅਭੇਦ ਹੋ ਗਿਆ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤੀ ਵਿੱਚ ਜੋਤ ਮਿਲ ਗਈ, ਜਿਵੇਂ ਜਲ ਵਿੱਚ ਜਲ ਮਿਲ ਕੇ ਇੱਕ ਹੋ ਗਿਆ। ਅਭੇਦ ਦਾ ਹੋ, ਹੁਣ ਮੈਂ ਨਹੀਂ ਰਿਹਾ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ ਤਤ ਤੂੰ, ਫਿਰ ਤੂੰ ਦਾ ਰੂਪ ਤੂੰ ਹੋ ਗਿਆ, ਪਰ ਕਾ ਮਿਟ ਗਿਆ। ਅਨਲ ਆਗਮ ਜੈਸੇ ਲਹਿਰਮਯੋ, ਦਦ ਜਲ ਕੇਵਲ ਜਲ ਮਾਹੀ। ਦ੍ਰਿਸ਼ਟਾਂਤ ਦਿੰਦੇ ਨੇ ਸਤਿਗੁਰੂ ਪਾਤਸ਼ਾਹ, ਜੈਸੇ ਜਲ ਦੇ ਸਮੁੰਦਰ ਵਿੱਚ ਪਵਨ ਕਰਕੇ ਅਣਗਿਣਤ ਲਹਿਰਾਂ ਹੁੰਦੀਆਂ ਨੇ, ਪਰੰਤੂ ਜਲ ਦੇ ਵਿੱਚ ਕੇਵਲ ਜਲ ਦਾ ਸਰੂਪ ਹੀ। ਤੈਸੇ ਹੀ ਹੈ ਵਾਹਿਗੁਰੂ, ਤੁਝ ਸਮੁੰਦਰ ਵਿੱਚ ਮਾਇਆ ਰੂਪੀ ਪਵਨ ਦੀ ਉਪਾਧੀ ਕਰਕੇ ਜੀਵ ਰੂਪੀ ਲਹਿਰਾਂ ਪ੍ਰਗਟ ਹੁੰਦੀਆਂ, ਪਰੰਤੂ ਮਾਇਆ ਉਪਾਧੀ ਦੀ ਨਿਵਰਤੀ ਤੋਂ ਕੇਵਲ ਤੂੰ ਜੋ ਜਲ ਸਰੂਪ ਹੈ, ਉਹ ਲੈ ਹੋ ਕੇ ਤੇਰਾ ਰੂਪ ਹੋ ਜਾਂਦੀ ਹੈ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। हे ਮਾਧਵ, ਪਿਛਲੀ ਦਸ਼ਾ ਨੂੰ ਸਿਮਰਨ ਕਰਕੇ ਕਿਆ ਕਹੀਏ ਕਿ ਭਰਮ ਐਸਾ ਹੈ, ਜੈਸਾ ਭਰਮ ਕਾਲ ਵਿੱਚ ਪਦਾਰਥ ਨੂੰ ਮੰਨੀਦਾ ਹੈ, ਭਰਮ ਨਿਵਰਤੀ ਸਮੇਂ ਉਹ ਤੈਸਾ ਨਹੀਂ ਹੁੰਦਾ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਦ੍ਰਿਸ਼ਟਾਂਤ ਦਿੰਦੇ ਨੇ ਭਗਤ ਰਵਿਦਾਸ ਮਹਾਰਾਜ ਜੀ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਇੱਕ ਰਾਜਾ, ਜਿਸ ਤਰ੍ਹਾਂ ਇੱਕ ਰਾਜਾ ਆਪਣੇ ਸਿੰਘਾਸਨ ਪਰ ਬੈਠਾ ਹੈ, ਨੀਂਦਰ ਆ ਗਈ, ਸੌਂ ਗਿਆ। ਸੁਪਨਾ ਆਇਆ ਉਸ ਰਾਜੇ ਕਿ ਭਿਖਾਰੀ ਹੋ ਗਈ, ਉਹ ਭਿਖਿਆ ਮੰਗ ਰਿਹਾ, ਦਲ ਦਾ ਮੰਗਤਾ ਬਣ ਗਿਆ, ਬੈਠਾ ਸਿੰਘਾਸਨ ਤੇ ਹੈ, ਪਰ ਸੁਪਨਾ ਆ ਗਿਆ, ਨੀਂਦਰ ਆ ਗਈ, ਸੁਪਨਾ ਆਇਆ, ਮੰਗਤਾ ਹੈ ਦਲ ਦਾ। ਫਿਰ ਅੱਗੇ ਬਚਨ ਕਹਿੰਦੇ ਨੇ, ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜ ਦੇ ਹੁੰਦਿਆਂ ਹੀ ਆਪਣੀ ਈਸ਼ਵਰਜ ਤੇ ਵਿਜੋਗੀ ਹੋ ਕੇ ਉਸਨੇ ਦੁੱਖ ਪਾਇਆ। ਰਾਜਾ ਬੜਾ ਦੁਖੀ ਹੋ ਰਿਹਾ ਸੀ, ਮੈਂ ਤਾਂ ਰਾਜਾ ਸੀ, ਮੰਗਤਾ ਬਣ ਗਿਆ, ਬੈਠਾ ਸਿੰਘਾਸਨ ਤੇ। ਤੈਸੇ ਤਿਸ ਰਾਜੇ ਵੱਤ ਹਮ ਜੀਵਾਂ ਦੀ ਇਹ ਗਤੀ ਹੋ ਰਹੀ ਹੈ, ਮਨੁੱਖ ਦੀ। ਉਸ ਰਾਜੇ ਐਸੀ ਗਤੀ, ਕਿਉਂਕਿ ਭਰਮ ਵਿੱਚ ਪਿਆ ਹੈ। ਹਿਰਦੇ ਰੂਪੀ ਸਿੰਘਾਸਨ ਪਰ ਅਵਿਦਿਆ ਰੂਪੀ ਨਿੰਦਰਾ, ਇਹ ਜੀਵ ਰਾਜਾ ਨੇ ਭਰਮ ਰੂਪੀ ਸੁਪਨੇ ਵਿੱਚ ਹੀ ਦੇਹ ਮਾਨ ਕੇ ਜਨਮ ਮਰਨ ਰੂਪੀ ਦੁੱਖ ਪਾ ਲਿਆ। ਰਾਜ ਭਯੰਗ ਪਰ ਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਜੈਸੇ ਰੱਸੀ ਵਿੱਚ ਭਰਮ ਕਰਕੇ ਸੱਪ ਭਾਸਣੇ ਦਾ ਪ੍ਰਸੰਗ ਹੈ, ਰੱਸੀ ਪਈ ਹੈ, ਪ੍ਰਤੀਤ ਹੋਇਆ ਕਿ ਸੱਪ ਹੈ। हे ਪ੍ਰਭੂ, ਤੈਸੇ ਤੇਰੇ ਵਿੱਚ ਇਹ ਜਗਤ ਭਰਮ ਕਰਕੇ ਭਾਸਦਾ। ਇਸ ਬਾਤ ਦਾ ਭੇਦ ਅਬ ਸਤਿਗੁਰੂ ਨੇ ਕੁਛ ਕੁ ਮੇਰੇ ਤਾਈਂ ਜਣਾਇਆ, ਜਣਾਵਣੇ ਸੀ ਅਬ ਐਸੀ ਗਿਆਤ ਹੋ ਇਹ ਸੋਝੀ ਆ ਗਈ। ਆਨਕ ਕਾਟਕ ਜੈਸੈ ਭੂਲ ਪਰੇ, ਅਬ ਕਹਿਤੇ ਕਹਿਨ ਨਾ ਆਇਆ। ਜੈਸੇ ਸਵਰਨ ਦੇ ਭੂਖਣ ਕੜੇ ਆਦਿਕ ਅਨੇਕ ਸਾਧਨ ਸੇ ਭੂਲ ਪਰੇ। ਭਾਵ ਤੁਝ ਆਤਮ ਸੂਤ ਤੋਂ ਭੁੱਲ ਕੇ ਆਪਣੇ ਨੂੰ ਦੇਹ ਰੂਪ ਮੰਨ ਲੈ। ਸੋ ਅਬ ਸਤਿਗੁਰੂ ਦੀ ਉਪਦੇਸ਼ ਦੀ ਐਸੇ ਗਿਆਤ ਵਾਲੇ ਹੋ, ਕਿਉਂ ਆਪਣੇ ਆਪ ਨੂੰ ਜੀਵ
ਉਹ ਕਹਿੰਦੇ ਵੀ ਨਹੀਂ ਤੋ ਵੀ ਉਹ ਕਥਨ ਨਿਸ਼ਚੇ ਵਿੱਚ ਨਹੀਂ ਆਇਆ, ਵਾਪਸੀ ਨਿਸ਼ਚੇ ਨਹੀਂ ਹੁੰਦਾ। अब ऐसे दृढ़ निश्चय होया सर्व एक अनेक स्वामी सब कट भोग वै सोई। ये संपूर्ण संसार विच तू आप ही एक स्वामी अनेक रूप हो के सर्व घटा विच सोई तू भोग दा रूप है मेरी बाणी। कह रविदास हाथ पैने सहजे होए सोई। भगत रविदास महाराज जी फरमाउंदे ने जिन्हां दा हथ पै गया जिसदे विच ज्ञान होया तिन्हां नूं तू समीपी होया नजदीक है। हाथ पैरों से भी नेड़े है, हथा पावां अपना आप। जिन्हां ने तैनूं अपना आप रूप जाणिया तिन्हां दी हिरदे विच ऐसी दृढ़ता हो कि जो सुभावक होवे सो होवे। भाव सी आप दी भाणे रजा विच ही मेरे वाहिगुरु प्रसन्न रहंदे ने कि जो मेरे मालिक परमेश्वर परमात्मा ने कीता भला है चंगा है सो करे जे तिसे रजाए। ये रजा है प्रभु। एक समय भगत रविदास महाराज जी नूं परमेश्वर ने सरगुण रूप विच दर्शन दिदारे दिते। प्रगट होया त्रिलोकी दा मालिक सतगुण रूप। तब भगत रविदास महाराज जी चरणा ते मत्था टेकन लगे। तब क्योंकि चोजी प्रीतम अपने प्यारिਆਂ नाल बड़े चोज करदा है, क्योंकि चोजी मालिक है, क्योंकि भगत ही उसदे सुपुत्र ने। परमेश्वर भगवान कहन लगे मेरे साथ स्पर्श ना कर, दूर रह। फिर भगत रविदास महाराज जी ने पावन शब्द उचारिया, वचन कहन लगे अपनी प्रीति की दृढ़ता चुनाते हुए कि ऐसी प्रीत तेरे नाल पाई। अकाल पुरख दे सन्मुख बेनती बख्शदे जो हम बांधे मोह फांस हम प्रेम बंधन तुम बांधे। हे मेरे परिपूर्ण परमात्मा, जेकर असी जीव दुनियावी तुसां ने मोह की फांसी विच सानू बंध दिता, क्योंकि मोह भी परमेश्वर ने ही लाया। तो असां ने तुहानू प्रेम रूपी बंधन विच बंधिया है। प्रेम का बंधन जो हम बांधे मोह फास हम प्रेम बंधन तुम बांधे। प्रेम दे बंधन नाल तैनू बंधिया। यावक हो सो क्यों नहीं छुड़ा सकते। भगत रविदास महाराज जी कहन लगे आपने छूटन को जतन करो हम छूटे तुम आराधे। भगवान नूं कहन लगे भगत रविदास महाराज जी हे प्रभु तुसी अपने छुटन का जतन करो। किवें छुटो? असी तां प्रेम से हमारे प्रेम से ना छुटो। भाव असी तो तुहानू आराध के मोह फांसी तो छुट गए, पर तुसी प्रेम के बंधन तो छुट नहीं सकोगे। क्योंकि प्रेम का बंधन ही ऐसा जिथे प्रेम उथे नेम नहीं। अपने छूटन को जतन करो हम छूटे तुम आराधे। असी तो छुट गए हाँ मोह रूपी फांसी तो बंधना तो कि प्रभु तेनू आराध के तेनू जावांगे। पर तुसी प्रेम दे बंधन तो ना छुटो। ये वचन कहन लगे मारवे जानत हो जैसी तैसी अब कहाँ करोगे ऐसी। हे माधव जैसी प्रीति मैनू आप दे विच है तैसी आप जानदे ही तू तो मालिक है अंतर्जामी है। अब ऐसी क्या करोगे कि अपनी प्रीत मेरी तो छुड़ा लो? नहीं छुड़ा सकते।
ਜੇ ਕਹੋ ਉਹ ਪ੍ਰੀਤੀ ਤੇਰੀ ਕੈਸੇ ਨਹੀਂ ਛੁੱਟਦੀ। ਪ੍ਰਭੂ ਨਾਲ ਵਿਚਾਰਾਂ ਹੋ ਰਹੀਆਂ ਨੇ ਭਗਤ ਰਾਵੀਦਾਸ ਮਹਾਰਾਜ ਜੀ। ਭਗਤ ਜੀ ਕਹਿਣ ਲੱਗੇ, ਪ੍ਰਭੂ ਮੀਰ ਪਕੜ ਫਾਂਕਿਓ ਆਦ ਕਾਟਿਓ ਰਾਂਦ ਕੀਓ ਬਹੁਬਾਨੀ। ਜੈਸੇ ਮੱਛ ਨੂੰ ਪਕੜ ਕੇ ਜੁਦੀਆਂ ਜੁਦੀਆਂ ਫਾਂਕਾਂ ਵੀ ਕੀਤੀਆਂ, ਮੱਛੀ ਦੀਆਂ ਟੁਕੜੇ ਕਰ ਦਿੱਤੇ, ਛੋਟੇ ਹੋਏ ਟੁਕੜੇ ਵੀ ਕੀਤੇ, ਤੇ ਇਸਨੂੰ ਦੇਜਗੇ ਵਿੱਚ ਬਹੁਤ ਮਸਾਲੇ ਪਾ ਕੇ ਬਹੁਤ ਰੰਗਾਂ ਕਰਕੇ ਰਿੰਨਣਾ ਵੀ ਕੀਤਾ ਉਸ ਮੱਛੀ। ਖੰਡ ਖੰਡ ਕਰ ਭੋਜਨ ਕੀਨੋ ਧੋ ਨ ਬਿਸਰਿਓ ਪਾਣੀ। ਮੁਖ ਵਿੱਚ ਤਿਸ ਨੂੰ ਚਿੱਥ ਕੇ ਭੋਜਨ ਵੀ ਅਖਾਰ ਮਾਸਾਹਾਰੀਆਂ ਨੇ ਕੀਤਾ ਉਸਦਾ, ਤੋ ਵੀ ਮੱਛ ਨੂੰ ਪਾਣੀ ਨਹੀਂ ਭੁੱਲਿਆ, ਕਿਉਂਕਿ ਪ੍ਰੀਤ ਜਲ ਪਾਣੀ ਨਾਲ ਹੈ ਉਸ ਮੱਛ ਦੀ। ਫਿਰ ਵੀ ਇਸ ਨੂੰ ਮਾਸਾਹਾਰੀ ਨੂੰ ਪਾਣੀ ਦੀ ਪਿਆਸ ਅਧਿਕ ਲੱਗਦੀ। ਤੈਸੇ ਹੀ ਪ੍ਰਭੂ ਜਦ ਕੈਸਾ ਵੀ ਦੁੱਖ ਆ ਵੜੇ, ਤੋ ਵੀ ਤੇਰੇ ਭਗਤਾਂ ਤੋਂ ਤੇਰੀ ਪ੍ਰੀਤੀ ਨਹੀਂ ਛੁੱਟਦੀ। ਜੇ ਕਦੇ ਆਪ ਕਹੋ ਹਮਾਰੇ में तेरी प्रीति कैसे ਹੋਈ। ਭਗਵਾਨ ਕਹਿਣ ਲੱਗੇ, ਮੇਰੇ ਵਿੱਚ ਤੇਰੀ ਪ੍ਰੀਤੀ ਕਿਵੇਂ ਹੋਈ। ਭਗਤ ਜੀ ਫਰਮਾਉਂਦੇ ਨੇ, आपन बापै नाही किसी को भावन को हर राजा। आपन बापै नाही किसी को भावन को हर राजा। हे हरि राजे, तू किसी दे अपने बाप का पदार्थ नहीं, किसी दे अपने बाप का तू पदार्थ नहीं, तू तो केवल भावना दा मालिक। गोबिंद भाओ भगत दा भुखा, तू तो प्रेमा भगती दा भुखा है। जिथे भी तेनू कोई याद करे तू जांदा। जिस समय शिवनाम राजे ने सिंगलादीप दा राजा याद कीता जगत दे रहबर जगत गुरु गुरु नानक देव महाराज जी नू अन्न जल भी छड्ड दिता कि सतगुरु दर्शन दो। पातशाह आप चल के गई। भाई मर्दाने नू आख्या, मर्दाने राजा शिवनाम याद कर, हुण तां अन्न जल भी छड्ड दिता। सतगुरु तारो कृपा करो, नेत्र मीचे नेत्र खोले, सुका बाण खरिया भरिया। इस समय गुरुदेव जगत दे रहबर जगत दे मालक गुरु नानक देव महाराज जी ने पावन चरण पाए। राजे ने बख्शिशां लईयां, विदारे कीते, प्रीखिया भी लई, और उदासियां राणियां भी तर गईयां। कई दिन सतगुरु राजे पास रहे, बख्शिशां कीतियां, तारिया राजे शिवनाम। जो पातशाह फरमाउंदे ने, आपन वापै नाही किसी को भावन को हर राजा। तू किसी के अपने बाप का पदार्थ नहीं कि मेरे ये बाप का पदार्थ धन जायदाद महल मेरे पिता दे, तू किसी का मुल खरीदिया नहीं, तू तो केवल भावना दा। गोबिंद भाओ भगत दा भुखा। धन्ने भगत दी भावना सी, शरदा सी, बट्टा नहीं जानिया ये मेरा भगवान है, मेरा ठाकर है। परमेश्वर नूं आउणा पिया, प्रसाद छकिया, बख्शिशां कीतियां। जिन्हां दी भावना धन धन बाबा नंद सिंह महाराज जी। कैसी भावना की जानिया कि गुरु ग्रंथ साहिब महाराज आप गुरु नानक ने प्रतख गुरु नानक 10 पातशाहियां हाजरा हजूर ने बेतियां रजोइयां गुरुदेव सतगुरु पातशाह के सतगुरु ये भी स्वरूप तुहाडा डाढा सोहना है। पर उस स्वरूप दे विच दर्शन दारे दवो कि सूब विच भाई लालो नूं तारिया, अनेकां नूं सतगुरु तुसीं तारिया। आप जगत दे रहबर जगत गुरु गुरु नानक देव महाराज जी गुरु ग्रंथ साहिब महाराज विचों प्रगट होए, प्रसाद छकिया, बख्शिशां कीतियां।
ਜੋ ਅੱਜ ਵੀ ਸਤਿਗੁਰਾਂ ਨੂੰ ਪ੍ਰਗਟ ਭੋਗ ਲੱਗਦਾ ਹੈ, ਪੂਜਿਆ ਜਾਂਦਾ। ਜੋ ਪਾਤਸ਼ਾਹ ਫਰਮਾਉਂਦੇ ਨੇ, ਆਪਨ ਵਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਕਿਉਂ ਪਰਮੇਸ਼ਰ ਭਾਵਨਾ ਦਾ ਹੈ, ਸ਼ਰਧਾ ਦਾ ਹੈ, ਕਿਸੇ ਦਾ ਮੁੱਲ ਖਰੀਦਿਆ ਨਹੀਂ। ਕਿਉਂਕਿ ਉਸ ਮਾਲਕ ਦਾ ਉਪਦੇਸ਼ ਇੱਕ ਵਾਸਤੇ ਨਹੀਂ, ਸਰਬ ਸਾਂਝਾ ਉਪਦੇਸ਼ ਹੈ। ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਤ ਤੇਰਾ ਅਖੁੱਟ ਭੰਡਾਰਾ। ਉਹ ਸਾਂਝਾ ਮਾਲਕ ਸਭਨਾ ਦਾ ਹੈ, ਇੱਕ ਦਾ ਨਹੀਂ। ਉਸ ਦਾ ਉਪਦੇਸ਼ ਵੀ ਸਭਨਾ ਵਾਸਤੇ ਹੈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਮੋਹ ਰੂਪੀ ਪੜਦਾ ਸਾਰੇ ਜਗਤ ਵਿੱਚ ਵਿਆਪਿਆ ਹੈ। ਮਨੁੱਖ ਮੋਹ ਦੀ ਤੰਦ ਵਿੱਚ ਵੱਜਿਆ ਹੈ। ਕਿਉਂਕਿ ਅਸੁਰੀ ਸੰਮਤੀ ਦਾ ਰਾਜਾ ਮੋਹ ਹੈ, ਦੇਵੀ ਗੁਣਾ ਦਾ ਰਾਜਾ ਵਿਵੇਕ ਹੈ। ਮੋਹ ਵਿੱਚ ਬੰਧਿਆ ਹੈ ਮਨੁੱਖ। ਮੋਹ ਦੇ ਵਿੱਚ ਬੰਧਿਆ ਹੋਇਆ ਝੂਠ ਬੋਲਦਾ, ਚੋਰੀ ਕਰਦਾ, ਪਾਪ ਕਮਾਉਂਦਾ ਹੈ, ਕਿਉਂਕਿ ਮੋਹ ਹੈ। ਸੋ ਮੋਹ ਤੇਰੇ ਭਗਤਾਂ ਨੂੰ ਸੰਤਾਪ ਨਹੀਂ ਦਿੰਦਾ ਕਿ ਪ੍ਰਭੂ ਮੋਹ ਪਟਲ ਸਭ ਜਗਤ ਵਿਆਪਿਓ। ਜਗਤ ਵਿੱਚ ਵਿਆਪਿਆ ਹੈ ਮੋਹ, ਭਗਤ ਨਹੀਂ ਸੰਤਾਪਾ। ਪਰ ਮੋਹ ਤੇਰੇ ਭਗਤਾਂ ਨੂੰ ਸੰਤਾਪ ਨਹੀਂ ਦਿੰਦਾ। ਕਹਿ ਰਵਿਦਾਸ ਭਗਤ ਇੱਕ ਬਾਟੀ, ਅਬ ਇਹ ਕਾਸਿਓ ਕਹੀਐ। ਸਤਿਗੁਰੂ ਫਰਮਾਉਂਦੇ ਨੇ, ਭਗਤ ਰਵਿਦਾਸ ਮਹਾਰਾਜ, ਅਬ ਸਾਡੇ ਹਿਰਦੇ ਵਿੱਚ ਇੱਕ ਤੇਰੀ ਭਗਤੀ ਐਸੀ ਵਧੀ ਹੈ ਕਿ ਤੇਰੇ ਨਾਮ ਨੂੰ ਜਪਦੇ ਹਾਂ, ਤੇਰੀ ਯਾਦ ਚਿੰਤਨ ਵਿੱਚ ਜੁੜਦੇ ਹਾਂ ਪ੍ਰਭੂ। ਸੋ ਇਹ ਭਗਤੀ ਦਾ ਸੁੱਖ ਕਿਸ ਨੂੰ ਉਚਾਰ ਕੇ ਕਹੀਏ? ਬੇਅੰਤ ਸੁੱਖ ਹੈ, ਬੇਅੰਤ ਆਨੰਦ ਤੇ ਰਸ ਤੇਰੀ ਭਗਤੀ ਦਾ। ਜਾ ਕਾਰਨ ਹਮ ਤੁਮਿਆਰਾ ਤੇ, ਸੋ ਦੁਖ ਅਜੂ ਸਹੀ ਹੈ। ਜਿਸ ਜਨਮ ਮਰਨ ਦੁੱਖਾਂ ਦੀ ਨਿਵਰਤੀ ਵਾਸਤੇ ਅਸਾਂ ਨੇ ਤੈਨੂੰ ਅਰਾਧਿਆ, ਸੋ ਦੁੱਖ ਅਜੇ ਵੀ ਸਹਾਰੇ ਨਹੀਂ ਸਹਾਰਾਂਗੇ ਹੁਣ, ਕਿਉਂਕਿ ਤੈਨੂੰ ਅਰਾਧਿਆ, ਤੈਨੂੰ ਜਪਦੇ ਸਾਂ। ਜੰਮਣ ਮਰਨ ਨਾ ਤੈਨ ਕੋ ਜੋ ਖਾਦ ਲੜ ਲਾਗੇ। ਜੋ ਲੜ ਲੱਗੇ ਨੇ ਗੁਰੂ ਨਾਨਕ ਦੇ, ਜੰਮਣਾ ਤੇ ਮਰਨਾ ਉਹਨਾਂ ਦਾ ਨਿਵਰਤ ਹੋ ਗਿਆ ਪਿਆ। ਇਹ ਪ੍ਰਭੂ ਆਪ ਦੀ ਭਗਤੀ ਕਰਕੇ ਅਸੀਂ ਜਨਮ ਮ੍ਰਿਤੂ ਤੋਂ ਰਹਿਤ ਹੋ, ਕਿਉਂਕਿ ਜੋ ਜਪਦੇ ਨੇ ਉਹ ਅਮਰ ਹੋ ਜਾਂਦੇ ਨੇ, ਕਿਉਂਕਿ ਲੜ ਲੱਗੇ ਨੇ ਗੁਰੂ ਨਾਨਕ ਦੇ। ਦੁਰਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਤ ਅਬ ਵੇਖੈ। ਅਨੇਕ ਪੁੰਨਾਂ ਦੇ ਫਲ ਕਰਕੇ ਇਹਨਾਂ ਜੀਵਾਂ ਨੇ ਦੁਰਲਭ ਮਾਨਸ ਜਨਮ ਪਾਇਆ ਹੈ। ਵੱਡਿਆਂ ਭਾਗਾਂ ਨਾਲ ਆਪਾਂ ਨੂੰ ਪਿਆਰੇ ਹੋ, ਇਹ ਅਮੋਲਕ ਜਨਮ ਦੀ ਦਾਤ ਪਰਮੇਸ਼ਰ ਨੇ ਬਖਸ਼ੀ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਲਾਖਾ ਹੈ ਜੋ ਜਪਣਾ ਹੈ ਵਾਹਿਗੁਰੂ ਦੇ ਨਾਮ। ਨਾਮ ਰਸ ਦੇ ਵਿਚਾਰੇ ਬਿਨਾ ਵਿਅਰਥ ਜਾਂਦੇ। ਬਿਰਥਾ ਜਾਤ ਅਬ ਵੇਖੈ, ਵਿਚਾਰੀ ਬਣੀਏ ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦਾ ਸਿੱਖ ਹੈ ਵਿਚਾਰ ਕਰ। ਰਾਜੇ ਇੰਦਰ ਸਮਸਰ ਗ੍ਰਹਿ ਆਸ, ਬਿਨ ਹਰ ਭਗਤ ਕੋ ਕੇ ਲੇਖੈ। ਭਗਤ ਜੀ ਫਰਮਾਉਂਦੇ ਨੇ, ਜੇਕਰ ਦੇਵਤਿਆਂ ਦੇ ਰਾਜੇ ਇੰਦਰਵਤ ਗ੍ਰਹਿ ਸਥਾਨ ਵੀ ਆਪਣਾ ਹੋਵੇ, ਐਸੇ ਮਹਾਰਾਜੇ ਬਣ ਜਾਈਏ। ਇੰਦਰ ਵਰਗੇ ਵੱਡੇ ਰਾਜੇ, ਜਿਵੇਂ ਇੰਦਰ ਰਾਜਾ ਇੰਦਰਪੁਰੀ ਦਾ ਰਾਜਾ। ਗਲੀਚੇ ਆਦਿਕ ਬੈਠਣ ਵਾਸਤੇ ਸੁੰਦਰ ਆਸਣ ਹੋਵਣ, ਧਨ ਪਦਾਰਥ ਬੜੇ, ਤੋ ਵੀ हे ਪ੍ਰਭੂ ਤੇਰੀ ਭਗਤੀ ਤੋਂ ਬਿਨਾ ਕਹੋ ਤੋ ਕਿਸ ਹਿਸਾਬ ਅਰਥ ਵਿੱਚ ਆਵਣਗੇ। ਸਭ ਨਿਸਫਲ ਨੇ ਤੇਰੇ ਨਾਮ ਤੋਂ ਬਿਨਾ।
ਨਾਮ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨ ਰਸ ਬੀਸਰ ਜਾਹੀਆ। ਨਾਮ ਵਿਚਾਰਿਓ ਰਾਜਾ ਰਾਮ ਕੋ ਰਸ, ਇਹ ਰਾਜਾ ਰਾਮ ਇਨ ਜੀਵਾਂ ਨੇ ਆਪ ਨਾਮ ਰਸ ਨੂੰ ਵਿਚਾਰਿਆ, ਜਿਸ ਆਪ ਦੇ ਨਾਮ ਰਸ ਨੂੰ ਪ੍ਰਾਪਤ ਕਰੇ, ਔਰ ਵਿਸ਼ੇ ਰਸ ਵੀ ਭੁੱਲ ਜਾਂਦੇ ਹਨ। ਨਾਮ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨ ਰਸ ਵਿਸਰ ਜਾਹੀਆ। ਇਹ ਰਾਜਾ ਰਾਮ ਇਨ ਜੀਵਾਂ ਨੇ ਆਪ ਦੇ ਨਾਮ ਰਸ ਨੂੰ ਵਿਚਾਰਿਆ, ਜਿਸ ਆਪ ਦੇ ਨਾਮ ਰਸ ਨੂੰ ਪ੍ਰਾਪਤ ਹੋਏ, ਔਰ ਵਿਸ਼ੇ ਰਸ ਸਭ ਭੁੱਲ ਜਾਂਦੇ ਹਨ। ਕਿਉਂਕਿ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾ, ਧੰਨ ਧੰਨ ਬਾਬਾ ਸਤ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ। ਜਿਨ੍ਹਾਂ ਨੂੰ ਰਸ ਆਇਆ ਨਾਮ ਦਾ, ਉਹ ਰਸ ਆਵਾ, ਫਿਰ ਇਹ ਰਸ ਨਹੀਂ ਪਾਵਾ, ਇਹ ਦੂਜੇ ਰਸ ਨਹੀਂ ਪਾਉਂਦੇ। ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ, ਉਹ ਜਗਤ ਦੇ ਵਿਸ਼ਿਆਂ ਵਿਕਾਰਾਂ ਦੇ ਰਸਾਂ ਨੂੰ ਤੁੱਛ ਜਾਣਦੇ, ਭੁੱਲ ਜਾਂਦੇ ਨੇ ਵਿਸ਼ੇ। ਕਿਉਂਕਿ ਰਾਮ ਦਾ, ਪਰਮੇਸ਼ਰ ਦੀ ਬੰਦਗੀ ਦਾ ਰਸ ਤੇ ਆਨੰਦ ਹੀ ਐਸਾ ਹੈ। ਜਾਨ ਅਜਾਨ ਭਏ ਖਾਮ ਬਾਵਰ, ਸੋਚ ਅਸੋਚ ਦਿਵਸ ਜਾਹੀ। ਅਸੀਂ ਜੀ ਬਾਵਰੇ ਜਾਣ ਕੇ ਅਣਜਾਣ ਹੋ ਰਹੇ ਤੇ ਇਹਨਾਂ ਦੇ ਸੰਪੂਰਨ ਦਿਨ ਹਰ ਕਸੋਗ ਵਿੱਚ ਵਿਚਾਰੇ ਬੇਵਿਚਾਰ ਵਿੱਚ ਹੀ ਜਾਂਦੇ ਨੇ। ਕਿਉਂਕਿ ਜਾਣ ਕੇ ਅਣਜਾਣ ਹੋ। ਭਗਤ ਜੀ ਫਰਮਾਉਂਦੇ ਨੇ, ਜਾਨ ਅਜਾਨ ਭਏ ਹਮ ਬਾਵਰ, ਆਪ ਦੇ ਕਮਲੇ ਹੋ, ਜਾਣ ਕੇ ਅਣਜਾਣ ਹੋ। ਸੋਚ ਅਚੋ ਅਸੋਚ ਦਿਵਸ ਜਾਗੇ, ਤੇ ਇਹਨਾਂ ਦੇ ਸੰਪੂਰਨ ਦਿਨ ਸੋਚ ਤੇ ਅਸੋਚ ਭਾਵ ਖਦਕ ਤੇ ਸੋਗ ਵਿੱਚ ਵਿਚਾਰੇ ਬੇਵਿਚਾਰੇ ਹੀ ਜਾਂਦੇ। ਇੰਦਰੀ ਸਬਲ ਨੇ ਬਲ ਬਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ। ਇੰਦਰੀਆਂ ਸਹਿਤ ਬਲ ਦੇ ਹੋ ਰਹੀਆਂ, ਬਵੇਕ ਦੀ ਬੁੱਧੀ ਨਿਰਬਲ ਹੋ ਰਹੀ, ਇਹ ਤੇ ਇਹਨਾਂ ਦੀ ਬੁੱਧੀ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਕਹੀਅਤ ਆਨ ਅਚਰੀਅਤ ਅਨ ਕਛ ਸਮਝ ਨ ਪਰੈ ਅਪਰ ਮਾਇਆ। ਇਸੀ ਤੇ ਕਹੀ ਦਾ ਕੁਝ ਹੋਰ ਹੈ, ਕਰੀ ਦਾ ਕੁਝ ਹੋਰ ਹੈ। ਜੈਸੀ ਕਤਨੀ ਤੈਸੀ ਰਹਿਣੀ ਨਹੀਂ, ਕਰਕੇ ਆਪਣੇ ਸੂਪ ਦੀ ਇਹਨਾਂ ਨੂੰ ਸਮਝ ਹੀ ਨਹੀਂ ਹੁੰਦੀ। ਕਿਉਂਕਿ ਅਪਾਰ ਮਾਇਆ ਕਛ ਸਮਝ ਨਾ ਪਰੈ ਅਪਰ ਮਾਇਆ। ਕਿ ਮਾਇਆ ਬੜੀ ਸਬਲ ਬਲ ਵਾਲੀ ਹੈ, ਮਹਾ ਮਾਇਆ ਤਾਂ ਕੀ ਹੈ ਛਾਇਆ। ਕਿਉਂਕਿ ਮਾਇਆ ਵੀ ਪਰਮੇਸ਼ਰ ਦੀ ਛਾਇਆ ਹੈ। ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ, ਕੋਪ ਕਰੋ ਜੀ ਦਇਆ। हे ਪਰਮੇਸ਼ਰ ਮੇਰੀ ਵਾਹਿਗੁਰੂ, ਇਹ ਜੀਵਾਂ ਦੀ ਗਤੀ ਦੇਖ ਕੇ ਮੈਂ ਦਾਸ ਦੀ ਬੁੱਧੀ ਉਦਾਸ ਹੋ ਰਹੀ ਹੈ। ਪਰਮੇਸ਼ਰ ਮੇਰੇ ਵਾਹਿਗੁਰੂ, ਇਹਨਾਂ ਜੀਵਾਂ ਦੀ, ਜਗਤ ਦੇ ਲੋਕਾਂ ਦੀ ਬੁੱਧੀ ਦੇਖ ਕੇ ਐਸੀ ਗਤੀ ਹੈ ਮੇਰੀ ਬੁੱਧੀ ਉਦਾਸ ਹੋ ਰਹੀ। ਇਹ ਸੁਆਮੀ ਕ੍ਰੋਧ ਨੂੰ ਤਿਆਗ ਕੇ ਇਹ ਜੀਵਾਂ ਪਰ ਵੀ ਦਇਆ ਮਿਹਰ ਕਰੋ। ਕਿਉਂਕਿ ਰੱਬ ਦੇ ਜਨ ਬੜੇ ਪਰਿ ਉਪਕਾਰੀ ਹੁੰਦੇ, ਉਹ ਦਇਆ ਹੀ ਮੰਗਦੇ ਨੇ। ਵੇ ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਦਿਨ ਰਾਤ ਵਿੱਚ ਕਈ ਨਗਰਾਂ ਵਿੱਚ ਦੀਵਾਨ ਲਾਉਣੇ, ਕੰਢੇ ਵਾਟੇ ਦਾ ਅੰਮ੍ਰਿਤ ਛਕਾਉਣਾ। ਭਾਈ ਗੁਰੂ ਵਾਲੇ ਜਹਾਜੇ ਚੜ੍ਹ ਜਾਵੋ, ਭਵ ਸਾਗਰ ਤੋਂ ਪਾਰ ਹੋ ਜਾਵੋਗੇ, ਨਾਮ ਜਪੋ। ਇਹ ਯੁੱਗ ਕਲ ਯੁੱਗ ਦਾ ਘੋਰ ਕਲ ਯੁੱਗ ਦਾ ਸਮਾਂ। ਬ੍ਰਹਮ ਗਿਆਨੀ ਪਰਿ ਉਪਕਾਰੀ ਮਾਹਾ, ਰੱਬ ਦੇ ਜਨ ਬੜੀ ਪਰਿ ਉਪਕਾਰੀ ਹੁੰਦੇ ਨੇ। ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੀਨ ਬਸ ਜਾ ਕੇ। ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੀਨ ਬਸ ਜਾ ਕੇ। ਕਿ ਭਾਈ ਸੁੱਖਾਂ ਦਾ ਸਮੁੰਦਰ ਜੋ ਕਲਪ ਬਿਰਛ ਹੈ, ਸੁਰ ਤਰ ਕਲਪ ਬਿਰਛ ਨੂੰ ਕਹਿੰਦੇ।
क्योंकि सारे पदार्थ सारे सुख परमेश्वर के अधीन ने। राम नाम का उपदेश दिंदे हुए बचन कहते ने परमात्मा सुख सागर सुरतर चिंता मन काम धेन बस जाके। सुखां दा समुंदर जो कल्प बिरछ चिंता मणि काम धेन आदਿਕ संपूर्ण पदार्थ जिस परमात्मा के अधीन ने प्यारे। चार पदार्थ अष्ट दशा सिद्ध नव निध कर तल जाके। भगत जी फरमाउंदे ने चार पदार्थ अष्ट दशा सिद्ध नव निध कर तल जाके। धर्म अर्थ काम ये चारे पदार्थ 18 सिद्धियां 9 निधियां जिसके हथ की तली पर रखिया हुई ने परमेश्वर की हथ की तली। भाव जिस पर मेरा वाहे गुरु परमेश्वर गुरु नानक प्रसन्न हो जाता जिसनों तत्काल बख्श दिंदा। ऐसा समर्थ ते दयालु है परमेश्वर। चार पदार्थ अष्ट दशा सिद्ध नव निध कर तल जाके। कर तल ता हर 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 ना जप है रसना अबर सब त्याग बचन रचनो। ये प्यारियो संपूर्ण बचना की रचना नूं त्याग करके तू हरि दे हर हर नाम नूं मन तन करके रचना करके क्यों नहीं जपदा। जप परमात्मा नूं वाहिगुरु दे नाम। जेवा बचना दा बोलना जो और बचन ने बोलना त्याग के तू नाम जप बंदगी विच जोड़। जो होर बोलदा है नाम तो बिना किसी अर्थ नहीं व्यर्थ नहीं। ये सवास तेरे अमोलक ने नाम जपण को जिह्वा दिती। हर दर्शन को अखी एक एक सवास अमोलक जावे हथ ना आवे। ये अमोलक सवास लखां रुपए ना भी हथ नहीं आउंदे। नाम जपण नूं जिह्वा बख्शी है परमेश्वर। नेत्र दिदारे दर्शन नूं दिते ने। ये बख्शिशां लै बादशाह फरमाउंदे ने। नाना ख्यान पुराण वेद विद 34 अखर माही। व्यास विचार कहो परमारथ राम नाम सरनाही। नाना ज्ञान पुराण वेद विद 34 अखर माही। दो हकार उच्चारण किए। भगत रविदास जी ने 34 कैसे लिखे ने। सो प्रयोग सिद्ध उन्हों का फर्क है। अखरां की गिणती विच नहीं। गिणती में तो एक ही है बाकी 42 रहे। तिन्हां दा विचार कहते ने प्रथम स्वरों विच आ ए ऊड़ा रारा लल्ला इन्हां विच करके भगत जी ने पावन वचन कहे ने। इन्हां दा ही सूप है जैसे व्याकरणा विच लिखे ने। शेष के आ ए ऊड़ा रारा ये 4 स्वर प्रधानी ने। अगे रलदी स्वर्णता है एक रूप ही है। बाकी 36 तालवी सकार और दंती की स्वर्णता है एक ही रूप। बाकी 35 अगे वावा की स्वर्णता एक रूप ही। बाकी 34 ही रहे यद डड्डा लल्ला की स्वर्णता कही। ते 33 ही रहने फिर भी 34 नहीं होंगे। तो जिस अवस्था में राधा लल्ला की स्वर्णता हुई तब लो जो है सो राधा रूप पाया। तो फिर डड्डा किसके साथ स्वर्णिक हो गए। डड्डे नूं स्वतंत्र होने के 34 ही शेष रहे। जो भगत रविदास महाराज जी ने पावन वचन कहे ने। व्यास जी ने भी कहा लिखा है कि राम नाम का महत्व इस आशंका के होया कहते
ਬ੍ਰਹਿਮੰਡ ਪੁਰਾਣ ਦੇ ਉੱਤਰਖੰਡ ਵਿੱਚ ਵੀ ਜੋ ਅਧਿਆਤਮ ਰਮਾਇਣ ਹੈ, ਜਿਸ ਨੂੰ ਅਦਿਵਾਇਆ ਕਾਣ ਕੇ 6ਵੇਂ ਅਧਿਆਏ ਵਿੱਚ ਵਾਲਮੀਕ ਨੇ ਪ੍ਰਸੰਗ ਵਿੱਚ ਕਿਹਾ ਹੈ, ਤਾਂ ਇਹ ਸ਼ਲੋਕ ਹੈ, ਰਾਮ ਤਨਮ ਨਾਮੈ ਮਹਿਮਾ ਵਰਨਤੇ ਅਵਾ ਕਥਮ ਯਤ ਪ੍ਰੈ ਭਵਦੁਰਮ। ਰਾਮ ਬ੍ਰਹਮ ਰਖਿਅਤ ਸਪਨੁਤਾ ਆਦਿ। ਰਾਮ ਦੇ ਨਾਮ ਵਿਆਰੂ ਪੂਰਵਕ ਇਕਾਗਰ ਮਨਸਾ, ਇਹ ਸ਼ਬਦ ਬਿਆਸ ਜੀ ਨੇ ਕਹੇ ਨੇ। ਭਗਤ ਰਵਿਦਾਸ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ, ਸਹਿਜ ਸਮਾਧ ਉਪਾਦ ਰਹਿਤ ਪੁਨ ਵੱਡੈ ਭਾਗ ਲਿਵ ਲਾਗੀ। ਜਿਨ੍ਹਾਂ ਦੇ ਵੱਡੇ ਭਾਗ ਕਰਕੇ ਇਸ ਰਾਮ ਨਾਮ ਵਿੱਚ ਬਿਰਤੀ ਲੱਗੀ, ਮਨ ਜੁੜਿਆ, ਜਿਨ੍ਹਾਂ ਦੀ ਸੁਭਾਵ ਕੀ ਸਮਰਥੀ ਹੈ, ਉਹ ਸਰਬ ਉਪਾਦਾਂ ਸੇ ਰਹਿਤ ਹੋ ਗਏ। ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ, ਜਨਮ ਮਰਨ ਭੈ ਭਾਗੀ। ਤਿੰਨ ਪੁਰਸ਼ਾਂ ਦੇ ਹਿਰਦੇ ਵਿੱਚ ਗਿਆਨ ਨੂੰ ਪ੍ਰਕਾਸ਼ ਧਾਰਨ ਕੀਤਾ, ਇਸੀ ਤੇ ਤਿੰਨਾਂ ਦਾ ਜਨਮ ਮਰਨ ਦਾ ਭੈ ਦੂਰ ਹੋਇਆ। ਤ੍ਰਿਸ਼ਨਾ ਭੱਜ ਗਈ, ਤਿੰਨਾਂ ਜਨਮ ਮਰਨ ਦੇ ਭੈ ਦਾ ਕਾਰਨ ਜੋ ਵਿਦਿਆ ਸੀ ਸੋ ਭੱਜ ਗਈ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਭਗਤ ਰਵਿਦਾਸ ਮਹਾਰਾਜ ਜੀ ਆਪਣੀ ਪ੍ਰੀਤੀ ਦੀ ਦ੍ਰਿੜਤਾ ਦਿਖਾਉਂਦੇ ਹੋਏ ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਨੇ ਦ੍ਰਿਸ਼ਟਾਂਤਾਂ ਸਹਿਤ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਜੇਕਰ ਤੁਸੀਂ ਪਰਬਤ ਰੂਪ ਹੋ ਤੋ ਅਸੀਂ ਦਾਸ ਮੋਹ ਰੂਪ ਹਾਂ, ਜੇਕਰ ਆਪ ਚੰਦਰਮਾ ਹੋ ਤੋ ਅਸੀਂ ਦਾਸ ਚਕੋਰ ਹਾਂ। ਮਾਰਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰਹਿ, ਤੁਮ ਸਿਉ ਤੋਰ ਕਵਨ ਸਿਉ ਜੋਰ ਹੈ। ਆਓ हे ਮਾਧਵ, ਤੁਸੀਂ ਮੇਰੇ ਸਤ ਪ੍ਰੀਤੀ ਤੋੜਦੇ ਤੋੜੋ, ਪਰੰਤੂ ਅਸੀਂ ਆਪ ਸੇ ਪ੍ਰੀਤੀ ਕਦੇ ਨਹੀਂ ਤੋੜਾਂਗੇ। हे ਮਾਧਵ, ਤੁਸੀਂ ਮੇਰੇ ਸਤ ਪ੍ਰੀਤੀ ਤੋੜੋ ਤੋ ਤੋੜੋ, ਪਰੰਤੂ ਅਸੀਂ ਆਪ ਸੇ ਪ੍ਰੀਤੀ ਨਹੀਂ ਤੋੜਾਂਗੇ। कभी नहीं तोड़ांगे, क्योंकि आपसे तोड़ के असी किसी प्रीति जोड़ी। तेरे जैसा सानू दृष्टि आउंदा की नहीं। जो तम दीवरा तो हम बाती, जो तम तीरथ तो हम जाती। कि प्रभु जो तुसी दीपक रूप हो तो असी बत्ती रूप हां। तो दीपक है, असी बत्ती रूप। जो तुसी तीर्थ रूप हो तो असी आप दे पसने नू यात्री होए। साची प्रीत हम तुम स्यो जोरी, तुम स्यो जोर अवर संग तोरी। इस प्रकार असां ने आप दे साथ सच्ची प्रीति जोड़ी, क्योंकि आप दे साथ प्रीति जोड़ के और पदार्थां नालों प्रीति तोड़ देती, क्योंकि प्रीत ही ऐसी है। साची प्रीत हम तुम स्यों जोरी, तुम स्यों जोर अवर संग तोरी। जय जय जाओ तहां तेरी सेवा, तुम सो ठाकर और न देवा। आपे किरपा करो मेरे प्रभु परमात्मा, कर्मां दे अनुसार जहां जहां मैं जावां तहां तहां कि प्रभु तेरी भगती रूप सेवा करा, तेरे नाम नूं जपां, तेरी बंदगी विच जुड़िया रहां। ये मंग मंगदे ने, आपां ने भी ये मंग मंगनी है। विसर नाही दातार अपना नाम देओ, गुण गावा दिन रात नानक चाओ। हो दिन रात तेरी ही गुण गाई, ये बख्शिश करो। जह जह जाओ तहां तेरी सेवा, तेरी सेवा करा, तेरा नाम जपा। जिथे भी जावा तुम सो ठाकर और न दे, तेरी ही भगती सेवा करा, क्योंकि हे प्रकाश रूप तेरे जैसा समर्थ स्वामी कोई नहीं। तू मालिक है दीन दुनिया दा, तेरे जैसा कोई है ही नहीं।
क्योंकि तू कैसा मालिक आप सारे जगत दा रहबर है, जगत दा करता है, सबना दी खबर लैंदा। बेनती की मेरे जैसा और क्यों नहीं आकाशबाणी हुई भगत जी नूं परमेश्वर दी, मेरे जैसा और क्यों नहीं भगवान कहन लगे। भगत जी फरमाउंदे ने तुमरे भजन कटे जब फांसा। हे प्रभु आप दा भजन आप दी बंदगी भगती करिया जमां दे फाहे कटे जांदे। और भाव देवतियां की सेवा से जमां दा भै दूर नहीं हुंदा। पदार्थ तां मिल जांदे ने तुष पदार्थ, पर जमां दा भै नहीं दूर हुंदा, मुक्त नहीं हुंदा मनुख। देवतियां की सेवा करें, पूजा करें। भगत हेत गावै रविदास। अत रविदास महाराज जी फरमाउंदे ने मैं तेरे जस नूं भगती दे वास्ते गायन करदा, गुण गाउंदा हां। हे प्रभु हे भगवान हे अकाल पुरख मैनू अपनी भगती दा दान देवो। मांगना मांगन नीका हर जस गुर ते मांगना। हरि दा जस भगती दी दात मंगीए, क्योंकि प्यारिओ ये जुग कल जुग दा है। कल केवल नाम आधार, नाम दे जपियां ही अपना उधार है। नाम नू जपीए गुर शब्दी गुरमतिए बणीए, संगत करिए सतपुरुषां दी जिथों नाम दियां बख्शिशां रहमतां होणीਆਂ ने। क्योंकि राम नाम संतन घर पाया, संग करिए रब दे जनां दा अपना अमोलक जन्म सफल हो जावेगा। हे अच्युत हे